ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਦੇ ਮਾਧਿਅਮ ਰਾਹੀਂ ਮੈਂ ਰਾਜੇਸ਼ਵਰ ਕੌਰ ਪ੍ਰੋਗਰਾਮ ਪੰਥ ਦੀਆਂ ਸਿੰਗੜੀਆਂ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਪ੍ਰੋਗਰਾਮ ਰਾਹੀਂ ਅਸੀਂ ਰੂਬਰੂ ਕਰਾਉਂਦੇ ਹਾਂ ਉਹਨਾਂ ਸਿੱਖ ਬੀਬੀਆਂ ਨੂੰ, ਉਹਨਾਂ ਸਿੰਗੜੀਆਂ ਨੂੰ ਜੋ ਆਪਣੇ ਜੀਵਨ ਨੂੰ ਗੁਰੂ ਦੀ ਸੇਵਾ ਵਿੱਚ, ਪੰਥ ਦੀ ਸੇਵਾ ਵਿੱਚ ਲਗਾ ਚੁੱਕੀਆਂ ਨੇ। ਉਹਨਾਂ ਵਿੱਚ ਇੱਕ ਸਮਰਪਣ ਦੀ ਭਾਵਨਾ ਹੈ। ਉਹ ਸਮਰਪਿਤ ਨੇ ਪੰਥ ਦੇ ਕਾਰਜਾਂ ਵਿੱਚ। ਐਸੀ ਹੀ ਇੱਕ ਵਿਲੱਖਣ ਸ਼ਖਸੀਅਤ ਨੂੰ ਲੈ ਕੇ, ਇੱਕ ਐਸੀ ਸਿੰਘਣੀ ਨੂੰ ਲੈ ਕੇ ਅੱਜ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਤੇ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਆਪ ਜੀ ਦਾ ਤਾਰੁਫ ਕਰਾਈਏ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੇਰਾ ਕੁਝ ਵੀ ਕਹਿਣਾ ਇਤਨਾ ਜਾਇਜ਼ ਨਹੀਂ ਹੋਏਗਾ ਜੇਕਰ ਆਪ ਜੀ ਆਪਣੇ ਬਾਰੇ ਸਾਡੀ ਸੰਗਤ ਨੂੰ, ਸੁਣਨ ਵਾਲੇ ਸਰੋਤਿਆਂ ਨੂੰ ਕੁਝ ਜਾਣਕਾਰੀ ਦਿਓ। ਮੇਰਾ ਨਾਮ ਹੈ ਜੀ ਅਮਰਪ੍ਰੀਤ ਕੌਰ। ਮੇਰੀ ਪੈਦਾਇਸ਼ ਹੋਈ ਹੈ ਜਗਰਾਓਂ, ਜ਼ਿਲ੍ਹਾ ਲੁਧਿਆਣਾ ਵਿਖੇ। ਮੇਰੇ ਮਾਤਾ ਪਿਤਾ ਦੋਨੋਂ ਗਵਰਨਮੈਂਟ EMPLOYE ਸਨ ਤੇ ਹੁਣ ਦੋਨੋਂ ਹੀ ਰਿਟਾਇਰ ਹੋ ਚੁੱਕੇ ਨੇ। ਤੇ ਬਾਕੀ ਮੈਂ ਆਪਣੀ ਸਾਰੀ ਜ਼ਿੰਦਗੀ ਲੁਧਿਆਣੇ ਵਿਖੇ ਬਿਤਾਈ ਹੈ। ਤੇ ਘਰੋਂ ਮਾਤਾ ਪਿਤਾ ਜੀ, ਅਕਾਲ ਪੁਰਖ ਸਾਹਿਬ ਜੀ ਨੇ ਇੰਨੇ ਵਧੀਆ ਬਖਸ਼ਿਸ਼ ਕੀਤੇ, ਇੰਨਾ ਪਰਿਵਾਰ ਵਧੀਆ ਕਿ ਗੁਰਸਿੱਖੀ ਦੀ ਗੁੜਤੀ ਮੈਨੂੰ ਆਪਣੇ ਮਾਤਾ ਪਿਤਾ ਤੋਂ ਮਿਲੀ ਹੈ। ਸੋ ਇਸ ਤੋਂ ਇਹ ਸਾਨੂੰ ਪਤਾ ਚੱਲਦਾ ਹੈ ਕਿ ਬੀਬੀ ਅਮਰਪ੍ਰੀਤ ਕੌਰ ਜੀ ਬਚਪਨ ਤੋਂ ਹੀ ਗੁਰੂ ਵਾਲੇ ਪਾਸੇ ਲੱਗੇ ਹੋਏ ਨੇ। ਖੁਸ਼ਕਿਸਮਤ ਨੇ ਉਹ ਬੱਚੇ ਜਾਂ ਉਹ ਇਨਸਾਨ, ਉਹ ਸਿੱਖ ਜਿਨ੍ਹਾਂ ਨੂੰ ਇਹ ਰਾਹ ਬਚਪਨ ਤੋਂ ਹੀ ਦਿਖਾਉਣ ਵਾਲੇ, ਦਰਸਾਉਣ ਵਾਲੇ ਮਾਤਾ ਪਿਤਾ ਮਿਲ ਜਾਂਦੇ ਨੇ। ਥੋੜ੍ਹਾ ਈਜ਼ੀ ਹੋ ਜਾਂਦਾ ਹੈ, ਸੁਖੈਨ ਹੋ ਜਾਂਦਾ ਹੈ। ਜੋ ਅਗਲਾ ਸਵਾਲ ਬੀਬੀ ਜੀ ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗੀ, ਕੁਆਲੀਫਿਕੇਸ਼ਨ, ਪੜ੍ਹਾਈ ਲਿਖਾਈ, ਵਿਦਿਆ ਆਪ ਜੀ ਨੇ ਕਿੱਥੋਂ ਹਾਸਿਲ ਕੀਤੀ ਤੇ ਕਿਤਨੀ ਹਾਸਿਲ ਕੀਤੀ? ਮੈਂ ਬੇਸਿਕਲੀ ਗੁਰਮਤ ਦੀ ਵਿੱਦਿਆ ਜਿਹੜੀ ਆ ਆਪਣੇ ਘਰੋਂ ਹਾਸਿਲ ਕੀਤੀ। ਔਰ ਜਿਹੜੀ ਪੜ੍ਹਾਈ ਜਿਹਨੂੰ ਕਹਿੰਦੇ ਆ ਦੁਨਿਆਵੀ ਪੜ੍ਹਾਈ, ਉਹ ਮੈਟ੍ਰਿਕ ਤੋਂ ਬਾਅਦ, +2 ਤੋਂ ਬਾਅਦ ਗੁਰੂ ਨਾਨਕ ਗਰਲਸ ਕਾਲਜ ਮਾਡਲ ਟਾਊਨ ਲੁਧਿਆਣਾ ਵਿਖੇ ਪ੍ਰਾਪਤ ਕੀਤੀ। ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ MA ਮਿਊਜ਼ਿਕ, ਵੋਕਲ ਐਂਡ MA ਰਿਲੀਜੀਅਨ ਤੇ ਡਿਪਲੋਮਾ ਇਨ ਗੁਰਮਤ ਸੰਗੀਤ ਉੱਥੋਂ ਸਿੱਖਿਆ। ਆਪ ਜੀ ਦੀ ਜੋ ਕੁਆਲੀਫਿਕੇਸ਼ਨ ਅਸੀਂ ਸੁਣੀ ਹੈ, ਤਕਰੀਬਨ ਆਪ ਜੀ ਨੇ ਡਬਲ MA ਕੀਤੀ ਹੈ ਜੀ। ਇੱਥੇ ਮੇਰੇ ਮਨ 'ਚ ਇੱਕ ਖਿਆਲ ਆਇਆ ਕਿ ਜੇਕਰ ਆਪ ਜੀ ਨੇ MA ਇਨ ਮਿਊਜ਼ਿਕ ਕੀਤੀ ਹੈ ਤੇ ਯਕੀਨੀ ਤੌਰ 'ਤੇ ਗੁਰਮਤ ਸੰਗੀਤ ਵਿੱਚ ਆਪ ਜੀ ਨੇ ਰਾਗਦਾਰੀ ਸਿੱਖੀ ਹੋਏਗੀ ਜੀ। ਠੀਕ ਹੈ ਜੀ। ਸ਼ਾਸਤਰੀ ਸੰਗੀਤ ਤੇ ਗੁਰਮਤ ਸੰਗੀਤ ਦੋਨਾਂ ਵਿੱਚ ਜੀ, ਕਲਾਸੀਕਲ ਮਿਊਜ਼ਿਕ ਐਂਡ ਗੁਰਮਤ ਸੰਗੀਤ। ਠੀਕ ਹੈ ਜੀ। ਤੇ ਸਵਾਲ ਮੈਂ ਪੁੱਛਣਾ ਚਾਹੂੰਗੀ ਕਿ ਰਾਗ ਸਿੱਖਣ ਵਿੱਚ ਜੋ ਲੁਤਫ ਆਉਂਦਾ ਹੈ, ਜੋ ਆਨੰਦ ਆਉਂਦਾ ਹੈ, ਉਹ ਕਿਸੇ ਹੋਰ ਮਾਧਿਅਮ ਰਾਹੀਂ ਇਨਸਾਨ ਨੂੰ ਪ੍ਰਾਪਤ ਨਹੀਂ ਹੁੰਦਾ। ਤੁਹਾਡੇ ਖਿਆਲ ਵਿੱਚ ਅੱਜ ਜੋ ਅਸੀਂ ਕੀਰਤਨ ਸਰਵਣ ਕਰਦੇ ਹਾਂ ਜਾਂ ਜੋ ਸ਼ੈਲੀ ਅਸੀਂ ਅਪਣਾ ਲਈ ਹੈ, ਉਸ ਵਿੱਚ ਰਾਗ ਤੁਹਾਨੂੰ ਲੱਗਦਾ ਹੈ ਕਿ ਕਿਤੇ ਉਸ ਦੀ ਛਵੀ ਘੱਟ ਹੋ ਗਈ ਹੈ? ਜੀ ਬਿਲਕੁਲ, ਮੈਨੂੰ ਲੱਗਦਾ ਹੈ ਕਿ ਸ਼ਾਇਦ ਰਾਗੀ ਮਿਹਨਤ ਨਹੀਂ ਕਰਦੇ ਜਾਂ ਉਹਨਾਂ ਨੂੰ ਕੋਈ ਸਿਖਾਉਣ ਵਾਲਾ ਨਹੀਂ ਰਿਹਾ। ਤੇ ਸਾਡੀ ਰਾਗ ਵਿੱਦਿਆ, ਕਿਉਂਕਿ ਰਾਗ ਜਿਹੜਾ ਹੈ ਉਹਦੇ ਵਿੱਚ ਰੰਜਕਤਾ ਹੁੰਦੀ ਹੈ ਤੇ ਮਿਊਜ਼ਿਕ ਇਜ਼ ਅ ਫੂਡ ਆਫ ਸੋਲ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਾਣੀ ਜਦੋਂ ਰਚਿਤ, ਅਕਾਲ ਧੁਰੋਂ ਬਾਣੀ ਜਿਹੜੀ ਆਈ, ਤੇ ਗੁਰੂ ਸਾਹਿਬ ਜੀ ਨੇ ਉਹਨੂੰ ਗੁਰਮਤ ਸੰਗੀਤ ਦੇ ਨਾਲ ਜੋੜਤਾ। ਭਾਵ ਕਿ ਗੁਰੂ ਦੀ ਮੱਤ ਜਿਹੜੀ ਆ ਉਹ ਸੰਗੀਤ ਨਾਲ ਪਲੱਸ ਹੋ ਗਈ। ਉਹਦੇ ਨਾਲ ਇਹ ਹੋਇਆ ਕਿ ਜਿਹੜੀ ਸੰਗੀਤ ਦੀ ਰਚਨਾ ਹੈ, ਜਿਸ ਸੰਗੀਤ ਨਾਲ ਲੋਕੀ ਜੁੜਦੇ ਨੇ, ਤੇ ਉਹ ਗੁਰਮਤ, ਗੁਰੂ ਦੀ ਮੱਤ ਜਿਹੜੀ ਉਹ ਸੰਗੀਤ ਨਾਲ ਦੁਆਰਾ, ਉਹਦੇ ਮਾਧਿਅਮ ਦੁਆਰਾ ਲੋਕਾਂ ਤੱਕ ਪਹੁੰਚਾਈ ਜਾਵੇ। ਤੇ ਗੁਰੂ ਸਾਹਿਬ ਨੇ ਤੇ ਸਾਰੀ ਬਾਣੀ ਜਿਹੜੀ ਆ, ਗੁਰੂ ਗ੍ਰੰਥ ਸਾਹਿਬ ਜੀ 1430 ਅੰਗ, ਉਹ ਸਾਰੀ ਰਾਗਬੱਧ ਹੈ। ਪਰ ਰਾਗੀ ਅੱਜ ਕੱਲ੍ਹ ਰਾਗ ਨਹੀਂ ਪੜ੍ਹ ਰਹੇ। ਇਹਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹਾਂਗੀ ਇੱਥੇ ਕਿ ਸੱਜਣ ਠੱਗ ਹੋਇਆ
ਤੇ ਗੁਰੂ ਸਾਹਿਬ ਜੀ ਗਏ ਉਹਨੂੰ ਸਮਝਾਉਣ ਦੇ ਲਈ, ਤੇ ਉੱਥੇ ਗੁਰੂ ਸਾਹਿਬ ਜੀ ਨੇ ਸੂਹੀ ਰਾਗ ਉਚਾਰਨ ਕੀਤਾ ਸੀ ਜੀ। ਉੱਜਲ ਕੇਹਾਂ ਚਿਲਕਣਾ ਕੋਟਮ ਕਾਲੜੀ ਮਸ। ਤੇ ਗੁਰੂ ਸਾਹਿਬ ਜੀ ਨੇ ਜਦੋਂ ਉਹ ਰਾਗ ਉਚਾਰਨ ਕੀਤਾ ਆਪਣੇ ਮੁਖ ਵਿੱਚੋਂ, ਤੇ ਉਹਨੂੰ ਰਾਗ ਵੀ ਸਮਝ ਆ ਗਈ ਸੀ ਤੇ ਉਹਦੀ ਵਿਚਾਰ ਵੀ ਸਮਝ ਆ ਗਈ ਸੀ। ਪਰ ਅੱਜ ਨਾ ਤੇ ਜਿਹੜੀ ਸੰਗਤ ਆ ਉਹ ਫਰਮਾਇਸ਼ ਕਰਦੀ ਹੈ ਕਿ ਅਸੀਂ ਰਾਗ ਸੁਣਨਾ, ਭਾਈ ਸਾਹਿਬ ਜੀ ਸਾਨੂੰ ਰਾਗ ਸੁਣਾਇਆ ਜਾਵੇ, ਤੇ ਨਾ ਹੀ ਰਾਗੀ ਇੰਨੀ ਮਿਹਨਤ ਕਰਦੇ ਨੇ ਕਿ ਅਸੀਂ ਰਾਗ ਵਿੱਚ ਹੀ ਗਾਈਏ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਰੀ ਬਾਣੀ ਰਾਗ ਵਿੱਚ ਹੀ ਲਿਖੀ ਹੈ ਤੇ ਰਾਗ ਵਿੱਚ ਹੀ ਗਾਵੀ ਹੈ ਸਾਰੀ ਬਾਣੀ। ਇਹ ਸੱਚ ਹੈ ਕਿ ਰਾਗ ਗਾਇਕੀ ਕਲਾਸਿਕਲ ਰਾਗਾਂ ਤੇ ਆਧਾਰਿਤ ਨਿਸ਼ਚਿਤ ਹੋ ਕੇ ਗਾਇਨ ਕਰਨਾ ਇਤਨਾ ਸੁਖਾਲਾ ਨਹੀਂ ਹੈ। ਇਟ ਨੀਡਸ ਟਾਈਮ ਐਂਡ ਐਫਰਟ, ਔਰ ਸਭ ਤੋਂ ਜ਼ਿਆਦਾ ਤੁਹਾਡੇ ਮਨ ਵਿੱਚ ਇਹ ਹਮੇਸ਼ਾ ਘਰ ਘਰ ਜਾਣੀ ਚਾਹੀਦੀ ਹੈ ਇਹ ਗੱਲ ਕਿ ਹਾਂ, ਸਤਿਗੁਰੂ ਨੇ ਸਾਡੇ ਲਈ ਹੁਕਮ ਦਿੱਤਾ ਹੈ ਕਿ ਇਸ ਸ਼ਬਦ ਨੂੰ ਇਸ ਨਿਰਧਾਰਿਤ ਰਾਗ ਵਿੱਚ ਗਾਇਆ ਜਾਏ, ਤੇ ਅਸੀਂ ਹੁਕਮ ਨੂੰ ਕਿੰਨਾ ਬਜਾ ਰਹੇ ਹਾਂ, ਕਿੰਨਾ ਮੰਨ ਰਹੇ ਹਾਂ। ਬਹੁਤ ਖੂਬਸੂਰਤ ਵਿਚਾਰ ਆਪ ਜੀ ਨੇ ਬੀਬੀ ਜੀ ਹੋਣਾ ਪਾਸੋਂ ਸੁਣੇ ਨੇ। ਅਗਲਾ ਜੋ ਮੈਂ ਸਵਾਲ ਕਰਨਾ ਚਾਹੂੰਗੀ ਕਿ ਪ੍ਰੋਫੈਸ਼ਨ ਵਾਈਜ਼ ਇੰਨੀ ਸਾਰੀ ਵਿਦਿਆ ਪ੍ਰਾਪਤ ਕਰਕੇ, ਐਜੂਕੇਸ਼ਨ ਹਾਸਲ ਕਰਕੇ ਆਪ ਜੀ ਦਾ ਕਿੱਤਾ ਕੀ ਹੈ? ਪੰਥ ਵਿੱਚ ਐਸਾ ਕਿਹੜਾ ਕਾਰਜ ਆਪ ਜੀ ਕਰ ਰਹੇ ਹੋ ਜਿਸ ਲਈ ਆਪ ਜੀ ਨੇ ਇੱਕ ਆਪਣਾ ਨਾਮ ਔਰ ਸਥਾਨ ਬਣਾਇਆ ਹੈ? ਮੈਂ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਢਾਡੀ ਜੱਥਾ ਚਲਾ ਰਹੀ ਹਾਂ, ਤੇ ਢਾਡੀ ਜੱਥੇ ਵੀਰ ਅਸੀਂ ਵਾਰਾਂ ਨਾਲ ਸੰਗਤਾਂ ਵਿੱਚ ਪ੍ਰਚਾਰ ਕਰੀਦਾ ਗੁਰੂ ਸਾਹਿਬ ਜੀ ਦਾ। ਤੇ ਹੁਣ ਮੇਰੇ ਖਿਆਲ ਜੋ ਮੇਰੇ ਮਨ 'ਚ ਖਿਆਲ ਆਇਆ ਹੈ, ਸਿੱਖਿਆ ਰਾਗ ਦੀ ਹੈ ਤੇ ਢਾਡੀ ਵਾਰਾਂ ਦਾ ਸੁਮੇਲ ਕਿਵੇਂ ਹੋ ਰਿਹਾ ਹੈ? ਢਾਡੀ ਵਾਰਾਂ ਵਿੱਚ ਸਾਰੀਆਂ ਚੀਜ਼ਾਂ ਦਾ ਸੁਮੇਲ ਹੁੰਦਾ ਹੈ। ਢਾਡੀ ਵਾਰਾਂ ਵਿੱਚ ਸੰਗੀਤ ਵੀ ਆਉਂਦਾ ਹੈ, ਇੰਸਟਰੂਮੈਂਟਸ ਵੀ ਆਉਂਦੇ ਨੇ, ਕਥਾ ਵੀ ਆਉਂਦੀ ਹੈ, ਸ਼ਾਇਰੀ ਵੀ ਆਉਂਦੀ ਹੈ, ਔਰ ਸਭ ਤੋਂ ਵੱਡੀ ਗੱਲ ਕਿ ਸ਼ਬਦ ਸੰਗਤ ਦੇ ਮਨ ਵਿੱਚ ਠਕੋਰ ਕਰਦਾ ਹੈ। ਤੇ ਢਾਡੀ ਵਾਰਾਂ ਸੋ ਚੁੱਕੀਆਂ ਜ਼ਮੀਰਾਂ ਨੂੰ, ਮਰ ਚੁੱਕੀਆਂ ਜ਼ਮੀਰਾਂ ਨੂੰ ਝੰਜੋੜਦੀ ਹੈ। ਤੇ ਮੇਰੇ ਮਨ 'ਚ ਆਇਆ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਪੰਥ ਚਲਾਇਆ, ਨਿਰਮਲ ਪੰਥ, ਗੁਰੂ ਸਾਹਿਬ ਨੇ ਜਿਹੜੀ ਫੁਲਵਾੜੀ ਲਾਈ ਹੈ, ਉਹ ਗੁਰੂ ਸਾਹਿਬ ਜੀ ਦਾ ਪ੍ਰਚਾਰ ਹੈ ਜਿਹੜਾ ਦਰਦ ਦੇ ਨਾਲ ਕੀਤਾ ਜਾਵੇ, ਕਿਉਂਕਿ ਬਾਣੀ ਤਾਂ ਗਾਵੀ ਤੇ ਸੁਣੀ ਅੱਖਾਂ ਬੰਦ ਕਰਕੇ ਜਾਂਦੀ ਹੈ। ਇਹ ਤੇ ਮਨ ਨੂੰ ਸ਼ਾਂਤ ਕਰਨ ਲਈ, ਮਨ ਵਿੱਚ ਆਨੰਦ ਪ੍ਰਾਪਤ ਕਰਨ ਲਈ ਬਾਣੀ ਆਪਾਂ ਸੁਣਦੇ ਤੇ ਗਾਉਂਦੇ ਹਾਂ। ਪਰ ਢਾਡੀ ਵਾਰਾਂ ਰਾਹੀਂ ਮੈਂ ਆਪਣਾ ਮੈਸੇਜ ਕਨਵੇ ਕਰਨਾ ਚਾਹੁੰਦੀ ਸੀ, ਪ੍ਰਚਾਰ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਇਹ ਢਾਡੀ ਵਾਰਾਂ ਦਾ ਜਿਹੜਾ ਕਿੱਤਾ ਹੈ ਪੈਸ਼ਨ ਦੇ ਰੂਪ ਵਿੱਚ ਅਪਣਾਇਆ। ਜੀ, ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਕੀ ਫਰਕ ਹੈ ਗੁਰਮਤਿ ਕੀਰਤਨ ਵਿੱਚ ਔਰ ਛੇਵੇਂ ਪਾਤਸ਼ਾਹ ਦੀ ਜੋ ਇਹ ਪੰਥ ਨੂੰ ਬਖਸ਼ਿਸ਼ ਹੈ ਢਾਡੀ ਵਾਰਾਂ, ਕਿਉਂਕਿ ਬੀਰ ਰਸ ਭਰਪੂਰ ਨੇ। ਕਈ ਵਾਰੀ ਸਾਡੇ ਵਿੱਚ ਬਹੁਤ ਜ਼ਿਆਦਾ ਵੈਰਾਗ ਹੁੰਦਾ ਹੈ ਤੇ ਕਈ ਸਿਰਫ ਬਾਣੀ ਦਾ ਰਟਣ ਤੇ ਪਠਣ ਹੀ ਕਰ ਰਹੇ ਨੇ, ਪਰ ਅੰਦਰ ਕੋਈ ਉਤਸ਼ਾਹ ਨਹੀਂ ਹੁੰਦਾ। ਉਹ ਸਾਡੇ ਸੁਰਤ ਵਿੱਚ ਉਤਨਾ ਅਸਰ ਨਹੀਂ ਕਰ ਰਹੀ, ਪਰ ਬਾਣੀ ਔਰ ਸ਼ਬਦ ਦਾ ਸੁਮੇਲ ਜੋ ਹੈ ਉਹ ਸ਼ਬਦ ਤੇ ਸੁਰਤ ਦਾ ਸੁਮੇਲ ਹੋਣਾ ਚਾਹੀਦਾ ਹੈ। ਢਾਡੀ ਵਾਰਾਂ, ਜਿਵੇਂ ਬੀਬੀ ਜੀ ਹੁਣੀ ਦੱਸਿਆ, ਇਹ ਸਾਡੇ ਜ਼ਮੀਰ ਨੂੰ ਝੰਜੋੜਦੀਆਂ ਹਨ। ਦੇ ਗਿਵ ਅਸ ਅ ਗੁੱਡ ਸ਼ੇਕ, ਤਾਂ ਕਿ ਅਸੀਂ ਇੱਕ ਵਾਰੀ ਫਿਰ ਜਾਗ ਜਾਈਏ। ਸਮੇਂ ਦੀ ਜੋ ਲੋੜ ਹੈ ਅੱਜ ਨਹੀਂ, ਜੇ ਸਿੱਖ ਇਤਿਹਾਸ ਨੂੰ ਪੜ੍ਹੀਏ, ਫਰੋਲੀਏ, ਇਸ ਦੇ ਇੱਕ ਇੱਕ ਅੰਗ ਨੂੰ, ਇਸ ਦੇ ਪੰਨੇ ਨੂੰ ਅਸੀਂ ਪੜ੍ਹੀਏ, ਇਕਾਗਰਤਾ ਨਾਲ ਪੜ੍ਹੀਏ, ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿ ਅੱਜ ਮੁੜ ਸਾਨੂੰ ਉਸ ਲਲਕਾਰੇ ਦੀ, ਉਸ ਉਤਸ਼ਾਹ ਦੀ, ਉਸ ਚੜ੍ਹਦੀ ਕਲਾ ਦੀ ਬਹੁਤ ਲੋੜ ਹੈ। ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਿ ਆਪ ਜੀ ਦਾ ਆਪਣਾ ਇੱਕ ਪਰਿਵਾਰ ਹੈ, ਆਪ ਜੀ ਗ੍ਰਸਤੀ ਹੋ। ਕਈ ਐਸੀਆਂ ਸਾਡੀਆਂ ਬੀਬੀਆਂ ਨੇ, ਮੇਰੀਆਂ ਭੈਣਾਂ ਨੇ, ਸਿੰਘਣੀਆਂ ਨੇ, ਜਿਹੜੀਆਂ ਬਹੁਤ ਕਾਬਲ ਨੇ, ਬਹੁਤ ਕੁਝ ਕਰ ਸਕਦੀਆਂ ਨੇ, ਪਰ ਇੱਕ ਵਾਰ ਜਦੋਂ ਗ੍ਰਸਤ ਦੇ ਜੀਵਨ ਵਿੱਚ ਪ੍ਰਵੇਸ਼ ਕਰਦੀਆਂ ਨੇ ਤੇ ਸਭ ਕੁਝ ਇੱਕ ਸੁਪਨਾ ਹੋ ਜਾਂਦਾ ਹੈ ਕਿ ਹੁਣ ਸਮਾਂ ਨਹੀਂ ਹੈਗਾ, ਜਾਂ ਪਰਿਵਾਰ ਵਿੱਚ ਅਸੀਂ ਇੰਨੇ ਰੁੱਝ ਗਏ ਹਾਂ, ਇੰਨੇ ਬਿਜ਼ੀ ਹੋ ਗਏ ਹਾਂ ਕਿ ਹੁਣ ਅਸੀਂ ਆਪਣੇ ਸਾਰੇ ਕਾਰਜ ਪੈਕਅਪ ਕਹਿ ਲਓ ਖ਼ਤਮ ਕਰ ਦਿੱਤੇ ਨੇ, ਜਾਂ ਉਹਨਾਂ ਦੀਆਂ ਆਸਾਂ ਉਮੀਦਾਂ ਉਹਨਾਂ ਦੇ ਬੱਚਿਆਂ 'ਤੇ ਚਲੀਆਂ ਜਾਂਦੀਆਂ ਨੇ। ਆਪ ਜੀ ਕਿਉਂਕਿ ਹਿੰਦੁਸਤਾਨ ਵਿੱਚ ਵੀ ਔਰ ਬਾਹਰ ਵੀ ਵਿਚਰਦੇ ਹੋਵੋਗੇ,
ਤੁਸੀਂ ਸਾਡੀਆਂ ਭੈਣਾਂ ਲਈ, ਉਹਨਾਂ ਨੂੰ ਸਮਝਾਉਣ ਲਈ ਇਹ ਦੱਸੋ ਕਿ ਗ੍ਰਸਥੀ ਹੁੰਦਿਆਂ ਹੋਇਆਂ ਵੀ ਆਪ ਜੀ ਜੋ ਤੁਹਾਡੀ ਆਪਣੀ ਇੱਕ ਕਲਾ ਹੈ, ਜੋ ਇੱਕ ਸ਼ਮਤਾ ਹੈ, ਜੋ ਕਾਰਜ ਤੁਸੀਂ ਪੰਥ ਲਈ ਸੇਵਾ ਨਿਭਾ ਰਹੇ ਹੋ, ਉਸ ਨੂੰ ਕਿਵੇਂ ਨਿਭਾ ਰਹੇ ਹੋ? ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਫੁਲਵਾੜੀ ਲਗਾਈ ਹੈ, ਉਦੋਂ ਤੋਂ ਗ੍ਰਸਤੀ ਨੂੰ ਪ੍ਰਧਾਨਤਾ ਦਿੱਤੀ ਹੈ। ਤੇ ਅਕਾਲ ਪੁਰਖ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਰੱਬ ਵਰਗੇ ਮਾਤਾ ਪਿਤਾ ਮਿਲੇ ਨੇ, ਜਿਨ੍ਹਾਂ ਨੇ ਮੈਨੂੰ ਗੁਰਸਿੱਖੀ ਦੀ ਗੁੜਤੀ ਧੁਰ ਤੋਂ ਹੀ ਦਿੱਤੀ ਹੈ। ਤੇ ਫਿਰ ਜਦੋਂ ਮੇਰੀ ਮੈਰਿਜ ਹੋਈ ਤੇ ਗੁਰੂ ਸਾਹਿਬ ਜੀ ਦਾ ਫਿਰ ਸ਼ੁਕਰਾਨਾ ਕਰਨ ਨੂੰ ਦਿਲ ਕਰਦਾ ਹੈ ਕਿ ਮੇਰੇ ਹਸਬੈਂਡ ਜਿਹੜੇ ਨੇ ਉਹ ਵੀ ਕੀਰਤਨੀਏ ਨੇ ਔਰ ਕਲਾਸੀਕਲ ਕੀਰਤਨ ਕਰਦੇ ਨੇ, ਗੁਰਪ੍ਰੀਤ ਸਿੰਘ ਜੀ ਮੋਹਾਲੀ ਵਾਲੇ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਆਪਣੇ ਬੇਟੇ ਤੋਂ ਬਾਅਦ ਇਹ ਢਾਡੀ ਜੱਥਾ ਬੰਦ ਕਰ ਦਿੱਤਾ ਸੀ, ਪਰ ਉਹਨਾਂ ਨੇ ਮੈਨੂੰ ਇੱਕਦਮ ਪ੍ਰੋਗਰਾਮ ਬੁੱਕ ਕਰਵਾ ਕੇ ਮੇਰਾ, ਤੇ ਮੈਨੂੰ ਕਹਿੰਦੇ ਕਿ ਆਪਣੇ ਸਾਥੀਆਂ ਦਾ ਇੰਤਜ਼ਾਮ ਕਰ ਲੈ, ਤੇ ਮੈਂ ਢਾਡੀ ਜੱਥਾ ਬੁੱਕ ਕਰ ਦਿੱਤਾ। ਤੇ ਮੈਨੂੰ ਉਦੋਂ ਬੜੀ ਖੁਸ਼ੀ ਹੋਈ ਕਿ ਉਹ ਕਹਿੰਦੇ ਕਿ ਜਿਹੜਾ ਸਾਡੇ ਵਿੱਚ ਗੁਣ ਹੈ ਜਾਂ ਪ੍ਰਚਾਰ ਕਰਨ ਦਾ ਪੰਥ ਦਾ ਦਰਦ ਹੈ, ਉਹ ਕਿਉਂ ਛੱਡਿਆ ਜਾਵੇ। ਇੱਥੇ ਮੈਂ ਆਪ ਜੀ ਤੋਂ ਇਹ ਪੁੱਛਣਾ ਚਾਹੂੰਗੀ ਕਿ ਆਪ ਜੀ ਦੇ 2 ਬੇਟੇ ਨੇ, ਹਸਬੈਂਡ ਆਪ ਜੀ ਦੇ ਬਾਹਰ ਰਹਿੰਦੇ ਨੇ, ਤੇ ਇਹ ਸਾਰੇ ਕਾਰਜ ਦੀ ਜਿਹੜੀ ਐਡਜਸਟਮੈਂਟ ਹੈ, ਘਰ ਦੇਖਣਾ, ਆਬਵੀਅਸਲੀ ਆਪ ਜੀ ਦੇ ਬੱਚੇ ਸਕੂਲ ਵੀ ਜਾਂਦੇ ਨੇ, ਤੇ ਉਹਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ? ਹਾਂਜੀ, ਮੇਰੇ ਹਸਬੈਂਡ ਜਿਹੜੇ USA ਨੇ ਔਰ 2 ਛੋਟੇ ਬੱਚੇ ਨੇ, ਇੱਕ 3 ਸਾਲ ਦਾ, ਇੱਕ 6 ਸਾਲ ਦਾ ਹੈ। ਦੋਨੋਂ ਅਕਾਲ ਅਕੈਡਮੀ ਜੰਡਿਆਲੀ ਵਿਖੇ ਪੜ੍ਹਦੇ ਨੇ, ਜੋ ਬੜੂ ਸਾਹਿਬ ਦੀ ਬ੍ਰਾਂਚ ਹੈ। ਤੇ ਡੇ ਬੋਰਡਿੰਗ ਸਕੂਲ ਹੈ, ਇਸ ਲਈ ਥੋੜਾ ਮੈਨੂੰ ਰਾਹਤ ਮਿਲਦੀ ਹੈ। ਪਰ ਜਦੋਂ ਮੈਂ ਪ੍ਰੋਗਰਾਮ ਤੇ ਜਾਣਾ ਹੁੰਦਾ ਉਦੋਂ ਕੁਝ ਔਂਕੜਾਂ ਦਾ ਵੀ ਸਾਹਮਣਾ ਕਰਨਾ ਪੈਂਦਾ, ਕਿਉਂਕਿ ਬੱਚੇ ਛੋਟੇ ਨੇ ਔਰ ਮੇਰੇ ਕੋਲ ਇੱਥੇ ਕੋਈ ਨਹੀਂ ਹੈ, ਤੇ ਮੇਰੇ ਮੰਮਾ ਮੇਰਾ ਸਾਥ ਦਿੰਦੇ ਨੇ। ਪਰ ਫਿਰ ਵੀ ਮੈਂ ਆਪਣੇ ਨਾਲ ਬੱਚਿਆਂ ਨੂੰ ਪ੍ਰੋਗਰਾਮ ਤੇ ਨਾਲ ਹੀ ਲੈ ਕੇ ਜਾਂਦੀ ਹਾਂ। ਜਿੱਥੇ ਵੀ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੁੰਦਾ ਮੈਂ ਉਹਨਾਂ ਨੂੰ ਨਾਲ ਹੀ ਲੈ ਕੇ ਜਾਂਦੀ ਹਾਂ। ਵੱਡਾ ਬੇਟਾ ਕੁਝ ਸਮਝਦਾਰ ਹੈ, ਸੰਗਤ 'ਚ ਬੈਠ ਕੇ ਢਾਡੀ ਵਾਰਾਂ ਦਾ ਆਨੰਦ ਮਾਣਦਾ ਹੈ, ਤੇ ਜਿਹੜਾ ਛੋਟਾ ਬੇਟਾ ਹੈ ਉਹ ਨੌਟੀ ਬਹੁਤ ਹੈ, ਲੇਕਿਨ ਫਿਰ ਵੀ ਮੈਂ ਉਹਨੂੰ ਨਾਲ ਲੈ ਕੇ ਜਾਂਦੀ ਹਾਂ ਕਿ ਉਹਨਾਂ ਨੂੰ ਵੀ ਗੁਰਸਿੱਖੀ ਦੀ ਜਿਹੜੀ ਦਾਤ ਹੈ, ਗੁਰੂ ਸਾਹਿਬ ਉਹਨਾਂ ਦੀ ਝੋਲੀ ਵਿੱਚ ਪਾਉਣ। ਤੇ ਜਿਹੜੇ ਸਾਡੇ ਡਰਾਈਵਰ ਹੁੰਦੇ ਨੇ ਫਿਰ ਉਹ ਉਹਨਾਂ ਨੂੰ ਫੜ ਲੈਂਦੇ ਨੇ। ਅਗਲਾ ਸਵਾਲ ਜੋ ਮੈਂ ਭੈਣ ਜੀ ਆਪ ਜੀ ਤੋਂ ਪੁੱਛਣਾ ਚਾਹੂੰਗੀ, ਅੱਜ ਦੇ ਸਮੇਂ ਵਿੱਚ ਜੀਵਨ ਚੱਲਦਾ ਜਾ ਰਿਹਾ ਹੈ, ਵੀ ਆਲ ਆਰ ਵੈਰੀ ਬਿਜ਼ੀ। ਸਾਡੇ ਕੋਲ ਸੋਚਣ ਲਈ ਵੀ ਸਮਾਂ ਨਹੀਂ ਹੁੰਦਾ ਕਿ ਕੀ ਕੁਛ ਗੁਜ਼ਰ ਚੁੱਕਿਆ ਹੈ ਔਰ ਕੀ ਅੱਗੇ ਹੋਣਾ ਹੈ, ਕੀ ਹੋ ਰਿਹਾ ਹੈ। ਅਸੀਂ ਇੰਨੇ ਬਿਜ਼ੀ ਹਾਂ, ਪਰ ਕੁਝ ਇੱਕ ਪਲ, ਟਾਈਮ, ਸਮਾਂ ਜਾਂ ਇੱਦਾਂ ਦੇ ਮੂਮੈਂਟਸ ਸਾਡੇ ਜੀਵਨ ਵਿੱਚ ਜ਼ਰੂਰ ਹੁੰਦੇ ਨੇ ਜਿਹੜੇ ਸਾਨੂੰ ਹਮੇਸ਼ਾ ਯਾਦ ਰਹਿੰਦੇ ਨੇ, ਅਨਫੋਰਗੇਟੇਬਲ ਹੁੰਦੇ ਨੇ, ਭਾਵੇਂ ਉਹ ਖੁਸ਼ੀ ਦੇ ਹੋਣ ਚਾਹੇ ਉਹ ਗਮ ਦੇ ਹੋਣ। ਕੁਛ ਐਸੇ ਪਲ ਜੋ ਤੁਹਾਨੂੰ ਹਮੇਸ਼ਾ ਯਾਦ ਰਹਿਣ। ਇਹੋ ਜਿਹੇ ਬਹੁਤ ਸਾਰੇ ਮੂਮੈਂਟਸ ਨੇ ਜਿਹੜੀਆਂ ਆਮ ਹਰ ਇੱਕ ਦੇ ਜੀਵਨ ਵਿੱਚ ਗੁਜ਼ਰਦੀਆਂ ਨੇ, ਪਰ ਮੈਨੂੰ ਮਾਣ ਹੁੰਦਾ ਸਤਿਗੁਰਾਂ ਤੇ, ਕਿਉਂਕਿ ਸਾਨੂੰ ਭੇਜਿਆ ਤੇ ਸਤਿਗੁਰਾਂ ਨੇ ਹੀ ਹੈ ਔਰ ਆਪਣੇ ਕਾਰਜ ਵੀ ਉਹ ਆਪ ਹੀ ਕਰਵਾਉਂਦਾ ਹੈ। ਅਸੀਂ ਛੋਟੇ ਹੁੰਦਿਆਂ ਸਟੱਡੀ ਸਰਕਲ, ਸਿੱਖ ਮਿਸ਼ਨਰੀ ਕਾਲਜ, ਗੁਰਮਤ ਕਾਲਜ ਵਗੈਰਾ ਦੇ ਕੈਂਪ ਲਗਾਇਆ ਕਰਦੇ ਸੀ, ਤੇ ਬੜਾ ਮਾਣ ਹੁੰਦਾ ਸੀ। ਜਿੱਥੇ ਵੀ ਜਾਂਦੇ ਸੀ ਉੱਥੇ ਸਤਿਕਾਰ ਮਿਲਦਾ ਸੀ। ਬਹੁਤ ਪਿਆਰ ਕੀਤਾ ਸੰਗਤਾਂ ਨੇ, ਮੈਂਬਰਸ ਨੇ। ਤੇ ਇੱਕ ਵਾਰ ਅਸੀਂ, ਮੇਰੇ ਸਿਸਟਰ ਸੀ ਮੇਰੇ ਨਾਲ, ਢਾਡੀ ਜੱਥਾ ਅਨਮੈਰਿਡ ਸੀ, ਜਦੋਂ ਚਲਾ ਰਹੇ ਸੀ ਤੇ ਬਾਬਾ ਜੀ ਨੇ ਇੰਗਲੈਂਡ ਤੋਂ ਉਹਨਾਂ ਨੇ ਕਾਲ ਕੀਤੀ ਕਿ ਸਾਨੂੰ ਇਹ ਢਾਡੀ ਜੱਥਾ ਚਾਹੀਦਾ। ਸਾਨੂੰ ਇੰਜ ਲੱਗਿਆ ਕਿ ਲੋਕੀ ਬਾਹਰ ਜਾਣ ਲਈ ਦੌੜਦੇ ਨੇ ਕਿ ਅਸੀਂ ਬਾਹਰ ਜਾਣਾ ਹੈ, ਤੇ ਕਿੰਨਾ ਕੁਝ ਚੁੱਕੀ ਫਿਰਦੇ ਨੇ, ਪੈਸੇ ਵੀ ਦੇਣ ਨੂੰ ਤਿਆਰ ਨੇ। ਪਰ ਗੁਰੂ ਸਾਹਿਬ ਜੀ ਨੇ ਪ੍ਰਚਾਰ ਹਿਤ ਬਾਹਰ ਭੇਜਿਆ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਗੁਰੂ ਸਾਹਿਬ ਜੀ ਤੇ ਅਚਿੰਤ ਕੰਮ ਕਰ ਦਿੰਦੇ ਨੇ, ਤੇ ਉਹ ਸਾਰੀਆਂ ਗੱਲਾਂ, ਕਿਉਂਕਿ ਉਹ ਮੂਮੈਂਟ ਮੈਂ ਕਦੇ ਭੁੱਲ ਨਹੀਂ ਸਕਦੀ। ਭਾਵੇਂ ਕਿ ਇੰਗਲੈਂਡ ਜਾ ਕੇ ਸਾਨੂੰ ਬਹੁਤਾ ਵਧੀਆ ਨਹੀਂ ਸੀ ਲੱਗਿਆ, ਸਾਨੂੰ ਪ੍ਰਚਾਰ ਤੱਕ ਮਤਲਬ ਹੁੰਦਾ ਕਿ ਅਸੀਂ ਪ੍ਰਚਾਰ ਕਰਨਾ ਗੁਰੂ ਦਾ, ਔਰ ਬੜੇ ਉੱਥੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਨੇ ਪਿਆਰ ਕੀਤਾ, ਗੁਰਸਿੱਖ ਵੀ ਬਣੇ। 5 ਸਿੰਘਾਂ ਨੇ ਸ਼ਪਥ ਲਈ ਸੀ ਕਿ ਅਸੀਂ ਹੁਣ ਅੱਜ ਤੋਂ ਬਾਅਦ ਗੁਰਸਿੱਖ ਬਣਾਂਗੇ। ਇੱਕ ਹੋਰ ਪਰਿਵਾਰ ਸਾਨੂੰ ਮਿਲਿਆ, ਉਹ ਕਲੀਨ ਸ਼ੇਵ ਸੀਗੇ, ਤੇ ਮੈਨੂੰ ਲੰਗਰ ਪ੍ਰਸ਼ਾਦਾ ਛਕਦਿਆਂ ਨੂੰ ਉਹਨਾਂ ਨੇ ਉਠਾਇਆ ਔਰ ਕਹਿਣ ਲੱਗੇ ਕਿ ਮੈਨੂੰ ਹੁਣੇ ਅੰਮ੍ਰਿਤ ਛਕਾਓ। ਤੇ ਬੜਾ ਮਾਣ ਹੁੰਦਾ ਜਦੋਂ ਇਹੋ ਜਿਹੀਆਂ ਗੱਲਾਂ, ਜਦੋਂ ਇਹੋ ਜਿਹੇ ਲੋਕਾਂ ਵਿੱਚ, ਇਹੋ ਜਿਹੀ ਸੰਗਤ ਵਿੱਚ ਵਿਚਰੀਦਾ,
ਤੇ ਬੜਾ ਮਾਣ ਮਹਿਸੂਸ ਹੁੰਦਾ ਹੈ। ਮੈਨੂੰ ਇਹ ਮੂਮੈਂਟ ਕਦੇ ਭੁੱਲ ਨਹੀਂ ਸਕਦੀ। ਅਸੀਂ ਆਪਣੇ ਮੰਮਾ ਨੂੰ ਇੱਕ ਲੈਟਰ ਲਿਖਿਆ, ਜਦੋਂ ਕਿ ਉਦੋਂ ਚਿੱਠੀਆਂ ਦਾ ਜ਼ਮਾਨਾ ਨਹੀਂ ਸੀ ਹੁੰਦਾ, ਤੇ ਅਸੀਂ ਲਿਖਿਆ ਕਿ ਮੰਮਾ ਇੰਗਲੈਂਡ ਇੱਕ ਮਿੱਠੀ ਜੇਲ੍ਹ ਹੈ, ਇੱਥੇ ਤੇ ਪਾਣੀ ਨਹੀਂ ਮਿਲਦਾ, ਸਾਰੇ ਘਰ ਜਾਓ ਤੇ ਜੂਸ ਹੀ ਪਿਲਾਈ ਜਾਂਦੇ ਨੇ, ਸਾਡਾ ਦਿਲ ਨਹੀਂ ਲੱਗਦਾ ਤੇ ਅਸੀਂ ਘਰ ਆਣਾ। ਤੇ ਲੋਕੀ ਬਾਹਰ ਜਾਣ ਨੂੰ ਤਰਸਦੇ ਨੇ, ਪਰ ਸਾਨੂੰ ਇਹ ਹੈ ਕਿ ਜਿੱਥੇ ਵੀ ਗੁਰੂ ਸਾਹਿਬ ਰੱਖਣ, ਆਪਣੇ ਚਰਨਾਂ ਵਿੱਚ ਰੱਖਣ, ਬਾਣੀ ਪੜ੍ਹੀਏ, ਸੁਣੀਏ ਤੇ ਗਾਵੀਏ, ਤੇ ਬਾਣੀ ਦਾ ਪ੍ਰਚਾਰ ਕਰਦਿਆਂ ਹੀ ਇਹ ਜ਼ਿੰਦਗੀ ਜਿਹੜੀ ਹੈ ਗੁਰੂ ਕੇ ਲੇਖੇ ਲੱਗ ਜਾਵੇ। ਬਸ ਇਹੀ ਮੇਰਾ ਸ਼ੌਂਕ ਹੈ। ਬਾਹਰਲੀ ਸੰਗਤ ਵਿੱਚ ਔਰ ਹਿੰਦੁਸਤਾਨ ਵਿੱਚ ਕੋਈ ਫਰਕ ਮਹਿਸੂਸ ਹੁੰਦਾ ਹੈ? ਬਿਲਕੁਲ ਫਰਕ ਮਹਿਸੂਸ ਹੁੰਦਾ ਜੀ, ਕਿਉਂਕਿ ਪੰਜਾਬ ਵਿੱਚ ਜਿਹੜੇ ਸਿੱਖ ਨੌਜਵਾਨ ਨੇ, ਕਿਉਂਕਿ ਹਾਲਾਂਕਿ ਪੰਜਾਬ ਨੂੰ ਗੁੜਤੀ ਹੈ ਗੁਰੂ ਸਾਹਿਬਾਨਾਂ ਦੀ, ਗੁਰੂ ਸਾਹਿਬ ਇੱਥੇ ਹੀ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਪੰਜਾਬ ਦੇ ਵਿੱਚ, ਤੇ ਪੰਜਾਬੀ ਮੁੰਡਿਆਂ ਨੂੰ ਹੀ ਦੇਖੀਦਾ, ਪੰਜਾਬੀ ਨੌਜਵਾਨਾਂ ਨੂੰ ਹੀ ਦੇਖੀਦਾ ਕਿ ਕਿੰਨੇ ਪਤਿਤ ਨੇ ਔਰ ਕਿੰਨੇ ਨਸ਼ੇ ਦੇ ਵਿੱਚ ਗ੍ਰਸਤ ਨੇ। ਤੇ ਬੜਾ ਦੁੱਖ ਲੱਗਦਾ ਹੈ ਮਨ ਨੂੰ ਕਿ ਉਹ ਨੌਜਵਾਨ ਪਨੀਰੀ ਜਿਨ੍ਹਾਂ ਨੇ ਕੱਲ ਦੇ ਡਾਕਟਰ ਬਣਨਾ ਸੀ, ਗੁਰਸਿੱਖ ਡਾਕਟਰ ਕਹਿ ਸਕਦੇ ਹਾਂ, ਗੁਰਸਿੱਖ ਇੰਜੀਨੀਅਰ ਬਣਨਾ ਸੀ, ਗੁਰਸਿੱਖ ਪਾਇਲਟ ਬਣਨਾ ਸੀ, ਗੁਰਸਿੱਖ ਟੀਚਰ ਬਣਨਾ ਸੀ, ਉਹ ਨਸ਼ਿਆਂ ਵਿੱਚ ਗਲਤਾਨ ਨੇ, ਉਹ ਪਤਿਤ ਪੁਣੇ ਦੇ ਵਿੱਚ ਗਲਤਾਨ ਨੇ। ਤੇ ਜਦੋਂ ਪੰਜਾਬ ਤੋਂ ਬਾਹਰ ਜਾਈਦਾ, ਹਿੰਦੁਸਤਾਨ ਦੇ ਵਿੱਚ ਉੜੀਸਾ ਗਏ ਅਸੀਂ, ਪਟਨਾ ਸਾਹਿਬ, ਹੈਦਰਾਬਾਦ, ਰਾਂਚੀ, ਬਹੁਤ ਸਾਰੀਆਂ ਸਟੇਟ 'ਚ ਗੁਰੂ ਸਾਹਿਬ ਜੀ ਨੇ ਮਾਣ ਦਿਵਾਇਆ, ਸੇਵਾ ਕਰਨ ਦਾ ਮੌਕਾ ਬਖਸ਼ਿਆ। ਉੱਥੇ ਜਾਈਦਾ ਤੇ ਘੱਟੋ ਘੱਟ ਨਹੀਂ ਤਾਂ ਉਹ ਸਾਬਤ ਸੂਰਤ ਹੁੰਦੇ ਨੇ, ਤੇ ਬੜੀ ਖੁਸ਼ੀ ਹੁੰਦੀ ਹੈ ਜੀ। ਔਰ ਬਾਹਰ ਵੀ ਜਦੋਂ ਮੌਕਾ ਮਿਲਿਆ ਇੰਗਲੈਂਡ ਜਾਣ ਦਾ, ਤੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ 5 ਮੁੰਡਿਆਂ ਨੇ ਉੱਥੇ ਸ਼ਪਥ ਲਈ, ਮੀਨਸ ਜੇ ਨਹੀਂ ਵੀ ਹਨ ਤਾਂ ਉਹ ਅਸਰ ਕਬੂਲਦੇ ਨੇ ਪ੍ਰਚਾਰ ਦਾ ਕਿ ਅਸੀਂ ਏਦਾਂ ਦਾ ਬਣਾਂਗੇ। ਬਾਕੀ ਉੱਥੇ ਵੀ ਸਿੱਖੀ ਬਹੁਤ ਹੈ, ਜੇ ਕਰਦੇ ਨੇ ਤਾਂ ਦਿਲੋਂ ਕਰਦੇ ਨੇ, ਦਿਖਾਵਾ ਨਹੀਂ, ਦਿਖਾਵਾ ਨਹੀਂ ਹੋਣਾ ਚਾਹੀਦਾ, ਦਿਖਾਵਾ ਨਹੀਂ ਕਰਦੇ, ਜੇ ਕਰਦੇ ਨੇ ਤਾਂ ਉਹ ਦਿਲੋਂ ਕਰਦੇ ਨੇ। ਮੇਰੇ ਮਨ ਵਿੱਚ ਇੱਕ ਸਵਾਲ ਹੈ ਜੋ ਮੈਂ ਆਪ ਜੀ ਨਾਲ ਜ਼ਰੂਰ ਚਾਹਾਂਗੀ ਕਿ ਤੁਸੀਂ ਉਸ ਦਾ ਜੇਕਰ ਇੱਕ ਢੁਕਵਾਂ ਜਵਾਬ ਦੇ ਸਕੋ। ਇਤਨਾ ਪ੍ਰਚਾਰ ਹੋ ਰਿਹਾ ਹੈ ਸ਼ਬਦ ਕੀਰਤਨ ਰਾਹੀਂ, ਵਾਰਾਂ ਰਾਹੀਂ, ਕਥਾ ਵਿਚਾਰਾਂ ਰਾਹੀਂ, ਕੀ ਕਾਰਨ ਹੈ ਕਿ ਅੱਜ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਉਹ ਇਸ ਪਾਸੇ ਨਹੀਂ ਲੱਗ ਰਹੀ ਜਾਂ ਗਲਤ ਰਾਹਾਂ ਤੇ ਕਿਉਂ ਤੁਰ ਰਹੀ ਹੈ? ਹਾਲਾਂਕਿ ਪ੍ਰਚਾਰ ਵਿੱਚ ਕੋਈ ਕਮੀ ਨਹੀਂ ਹੈ, ਤੇ ਉਸ ਦਾ ਕੀ ਰੀਜ਼ਨ ਹੈ? ਆਪ ਜੀ ਨੂੰ ਕੀ ਲੱਗਦਾ ਹੈ? ਔਰ ਉਹ ਵੀ ਸਪੈਸ਼ਲੀ ਉਸ ਧਰਤੀ ਤੇ ਜਿੱਥੋਂ ਸਭ ਕੁਝ ਸ਼ੁਰੂ ਹੋਇਆ ਹੈ। ਹਾਂਜੀ, ਮੈਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜੀ, ਤੇ ਮੈਨੂੰ ਇੰਜ ਲੱਗਦਾ ਹੈ, ਮੈਨੂੰ ਮਾਫ ਕਰਨਾ ਕਿਉਂਕਿ ਸੱਚਾਈ ਬੜੀ ਕੌੜੀ ਹੁੰਦੀ ਹੈ, ਤੇ ਮੈਨੂੰ ਇੰਜ ਲੱਗਦਾ ਹੈ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਅਸਲ ਵਿੱਚ ਉਹੀ ਜਿਹੜੇ ਕਰੈਕਟਰ ਵਾਈਜ਼, ਵਾਹਿਗੁਰੂ, ਜਾਂ ਕਹਿ ਦਈਏ ਕਿ ਅਵਰ ਉਪਦੇਸ਼ ਆਪ ਨਾ ਕਰੇ ਵਾਲੀ ਗੱਲ, ਕਿ ਸਾਡੇ ਆਪਣੇ ਵਿੱਚ ਨਹੀਂ, ਸਾਡੇ ਪਰਿਵਾਰਾਂ ਵਿੱਚ ਨਹੀਂ, ਤੇ ਅਸੀਂ ਦੂਸਰਿਆਂ ਨੂੰ ਕੀ ਮਤ ਦੇ ਸਕਦੇ ਹਾਂ। ਔਰ ਦੂਸਰਾ ਕਾਰਨ ਇਹ ਹੈ ਕਿ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਪ੍ਰਤੀ ਗੁਰਸਿੱਖ ਨਹੀਂ ਹਨ, ਜਾਂ ਉਹਨਾਂ ਨੂੰ ਕਦੇ ਉਹਨਾਂ ਨੇ ਉਂਗਲ ਲਾ ਕੇ ਗੁਰਦੁਆਰੇ ਨਹੀਂ ਲੈ ਕੇ ਗਏ, ਉਹਨਾਂ ਕੋਲ ਟਾਈਮ ਨਹੀਂ, ਉਹ ਕਿਟੀ ਪਾਰਟੀਜ਼ ਤਾਂ ਅਟੈਂਡ ਕਰਦੇ ਨੇ, ਸ਼ਰਾਬਖਾਨਿਆਂ ਵਿੱਚ ਤੇ ਜਾਂਦੇ ਨੇ, ਪਰ ਉਹਨਾਂ ਕੋਲ ਆਪਣੇ ਬੱਚਿਆਂ ਲਈ ਟਾਈਮ ਨਹੀਂ ਕਿ 10 ਮਿੰਟ ਬੈਠ ਕੇ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਸੁਣਾ ਸਕੀਏ, ਗੁਰੂ ਦੀ ਗੱਲ ਕਰ ਸਕੀਏ, ਬਾਣੀ ਦੱਸ ਸਕੀਏ। ਕਿਉਂ ਸਾਡੇ ਦਿਖਾਵੇ ਵਾਲੇ ਬਾਬੇ ਉੱਠ ਕੇ ਬਾਣੀ ਦਾ ਅਨਰਥ ਕਰਕੇ ਸਾਨੂੰ ਭਰਮਾ ਰਹੇ ਨੇ? ਕਿਉਂ ਭਰਮਾ ਰਹੇ ਨੇ? ਕਿਉਂਕਿ ਸਾਨੂੰ ਆਪ ਨੂੰ ਅਸਲੀ ਅਰਥ ਨਹੀਂ ਪਤਾ, ਅਸੀਂ ਆਪ ਵਿਚਾਰਦੇ ਨਹੀਂ ਬਾਣੀ, ਸਿਰਫ ਤੋਤਾ ਰਟਣਾ ਹੈ, ਪੜਨ ਤੇ ਸੁਣਨ ਤੱਕ ਮਤਲਬ ਹੈ ਸਾਡਾ। ਜਦੋਂ ਅਸੀਂ ਬਾਣੀ ਵਿਚਾਰਨ ਲੱਗ ਗਏ, ਸਾਨੂੰ ਕਿਸੇ ਨੂੰ ਕਹਿਣ ਜਾਂ ਸੁਣਨ ਦੀ ਲੋੜ ਹੀ ਨਹੀਂ ਪੈਣੀ। ਇਹ ਜ਼ਰੂਰੀ ਹੋ ਜਾਂਦਾ ਉਦੋਂ ਜਦੋਂ ਸਾਡੇ ਮਾਪਿਓ ਜਿਹੜੇ ਨੇ ਉਹ ਸਾਨੂੰ ਸਿੱਖਿਆ ਦਿੰਦੇ ਨੇ, ਸਾਡੇ ਮਾਤਾ ਪਿਤਾ ਕਿਵੇਂ ਨੇ, ਸਾਡੇ ਸੰਸਕਾਰ ਕਿਵੇਂ ਨੇ, ਸਾਡਾ ਪਾਲਣ ਪੋਸ਼ਣ ਕਿਵੇਂ ਕੀਤਾ ਜਾ ਰਿਹਾ। ਬਿਲਕੁਲ, ਇਹ ਸਾਰਾ ਕੁਝ ਪਰਿਵਾਰ ਤੇ ਡਿਪੈਂਡ ਕਰਦਾ ਹੈ, ਜਾਂ ਫਿਰ ਇੰਜ ਕਹਿ ਸਕਦੇ ਹਾਂ ਕਿ ਸਾਡੀ ਸੁਸਾਇਟੀ ਤੇ, ਕਿ ਸਾਡਾ ਜਿਹੜਾ ਅਸੀਂ ਤਾਲਮੇਲ ਰੱਖਿਆ, ਸਾਡਾ ਫਰੈਂਡ ਸਰਕਲ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦੇ ਵੀਰ ਭੈਣ ਸਾਨੂੰ ਰੋਜ਼ ਮਿਲਦੇ ਨੇ, ਅਸੀਂ ਫਰੈਂਡਸ ਕਿਸ ਤਰ੍ਹਾਂ ਦੇ ਬਣਾਏ ਹੋਏ ਨੇ। ਇਹ ਸਾਰਾ ਕੁਝ ਮੈਟਰ ਕਰਦਾ ਹੈ ਸਿੱਖੀ ਦੇ ਪ੍ਰਚਾਰ ਲਈ, ਕਿ ਪ੍ਰਚਾਰ ਤੇ ਬਹੁਤ ਹੋ ਰਿਹਾ, ਮੀਡੀਆ ਦੁਆਰਾ ਵੀ ਹੋ ਰਿਹਾ, ਸਮਾਗਮ ਵੀ ਬੜੇ ਹੋ ਰਹੇ ਨੇ, ਫਿਰ ਸਾਡੇ ਤੀਕ ਬਾਣੀ ਦੇ ਅਣਿਆਲੇ ਤੀਰ ਕਿਉਂ ਨਹੀਂ ਵੱਜ ਰਹੇ? ਜੀ, ਮੈਂ ਇਹੀ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਕਿ ਇਹ ਚੀਜ਼ਾਂ ਸਾਡੇ ਆਪਣੇ ਤੇ ਅਸਰ ਕਿਉਂ ਨਹੀਂ ਕਰ ਰਹੀਆਂ। ਬਹੁਤ ਹੀ ਖੂਬਸੂਰਤੀ ਨਾਲ ਬੀਬੀ ਜੀ ਹੁਣਾਂ ਨੇ ਬੜੇ ਹੀ ਵਿਸਥਾਰ ਨਾਲ ਇਸ ਗੱਲ ਨੂੰ ਸਪਸ਼ਟ ਕੀਤਾ ਹੈ। ਕਿਸੇ ਨੂੰ ਉਪਦੇਸ਼ ਕਰਨ ਤੋਂ ਪਹਿਲਾਂ ਅਸੀਂ ਆਪਣੇ ਆਪ ਵੱਲ ਦੇਖੀਏ। ਆਪਾ ਚੀਨੇ ਦੀ ਜਿਹੜੀ ਥਿਊਰੀ ਸਾਨੂੰ ਸਿੱਖਾਂ ਨੂੰ ਮਿਲੀ ਹੈ, ਇਸ ਨੂੰ ਸਾਨੂੰ ਪ੍ਰੈਕਟੀਕਲ ਰੂਪ ਵਿੱਚ ਆਪਣੇ ਤੇ ਲਾਗੂ ਕਰਨਾ ਚਾਹੀਦਾ ਹੈ।
ਇਹ ਜ਼ਰੂਰੀ ਨਹੀਂ ਕਿ ਹਰ ਚੀਜ਼ ਬਾਹਰੋਂ ਹੀ ਸਿੱਖਣੀ ਹੈ। ਅਸੀਂ ਸਾਡੇ ਆਪਣੇ ਘਰ ਵਿੱਚ ਸਾਡੇ ਮਾਤਾ ਪਿਤਾ ਸਾਡੇ ਪਹਿਲੇ ਉਸਤਾਦ ਨੇ, ਸਾਡੇ ਅਧਿਆਪਕ ਨੇ, ਸਾਡੇ ਟੀਚਰ ਨੇ। ਜੇ ਅੱਜ ਦੇ ਸਮੇਂ ਵਿੱਚ ਸਾਡੇ ਕੋਲ ਬੱਚਿਆਂ ਨੂੰ ਉਹਨਾਂ ਦੇ ਬਰਥਡੇਜ਼ ਲਈ ਵੰਨ-ਸਵੰਨਿਆਂ ਹੋਟਲਾਂ 'ਚ ਜਾਂ ਹੋਰ ਕਈ ਥਾਵਾਂ 'ਤੇ ਉਹਨਾਂ ਦੀਆਂ ਬਰਥਡੇ ਪਾਰਟੀਜ਼ ਕਰਨੀਆਂ ਯਾਦ ਨੇ, ਜਾਂ ਉਹਨਾਂ ਨੂੰ ਕਿਵੇਂ ਕਰਨਾ ਹੈ ਕਿ ਤੁਹਾਡੇ ਬੱਚੇ ਦੀ ਪਾਰਟੀ ਸਭ ਤੋਂ ਬਿਹਤਰ ਹੋਵੇ, ਜੇ ਸਾਨੂੰ ਇਸ ਚੀਜ਼ ਨੂੰ ਉਲੀਕਣਾ ਆਉਂਦਾ ਹੈ, ਜਾਂ ਸਾਨੂੰ ਇਹ ਪਤਾ ਹੈ ਕਿ ਬੱਚਿਆਂ ਦੀਆਂ ਛੁੱਟੀਆਂ ਆ ਰਹੀਆਂ ਹਨ ਤੇ ਅਸੀਂ ਇਹਨਾਂ ਨੂੰ ਹੌਲੀਡੇਜ਼ 'ਚ ਕਿੱਥੇ ਘੁਮਾਉਣ ਲੈ ਕੇ ਜਾਣਾ ਹੈ ਤਾਂ ਕਿ ਇਹ ਵੱਧ ਤੋਂ ਵੱਧ ਆਪਣਾ ਹੌਲੀਡੇ ਇੰਜੋਏ ਕਰ ਸਕਣ, ਤੇ ਸਾਨੂੰ ਉਹਨਾਂ ਹੀ ਪੇਰੈਂਟਸ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਤਰਤੀਬ ਨੂੰ ਵੀ, ਇਸ ਚੀਜ਼ ਨੂੰ ਵੀ ਉਲੀਕੀਏ ਕਿ ਅਸੀਂ ਇਹਨਾਂ ਦੇ ਜੀਵਨ ਨੂੰ ਕਿਵੇਂ ਸਵਾਰਨਾ ਹੈ। ਸੋ ਇਹ ਫਰਜ਼ ਬਣਦਾ ਹੈ ਘਰ ਵਿੱਚ ਰਹਿੰਦੇ ਮਾਤਾ ਪਿਤਾ ਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ। ਬਾਹਰ ਤੇ ਜਦੋਂ ਜਾਣਗੇ ਉਹਨੇ ਜੋ ਸਿੱਖਣਾ ਹੈ, ਜੋ ਸਮਝਣਾ ਹੈ, ਉਹ ਸਮਝ ਹੀ ਲੈਣਾ ਹੈ। ਉਹਨਾਂ ਦੀ ਸਮਝ ਨੂੰ ਵੀ ਬਿਹਤਰ ਬਣਾਉਣਾ, ਉਹਨਾਂ ਦੀ ਸਮਝ ਨੂੰ ਵੀ ਗੁਰਮਤ ਦੇ ਅਧੀਨ ਲਿਆਉਣਾ, ਇਹ ਸਾਡਾ ਫਰਜ਼ ਬਣਦਾ ਹੈ। ਤੇ ਮੈਂ ਉਮੀਦ ਕਰਦੀ ਹਾਂ ਜੋ ਖਿਆਲ, ਜੋ ਵਿਚਾਰ ਭੈਣ ਜੀ ਹੁਣਾਂ ਆਪ ਜੀ ਤੱਕ ਪਹੁੰਚਾਏ ਨੇ, ਅਸੀਂ ਉਹਨਾਂ ਵਿੱਚੋਂ ਜੋ ਸਾਨੂੰ ਠੀਕ ਲੱਗ ਰਿਹਾ ਹੈ, ਜੋ ਅੱਛਾ ਲੱਗ ਰਿਹਾ ਹੈ, ਉਸ ਨੂੰ ਦਿਲ ਹਿਰਦੇ ਵਿੱਚ ਵਸਾਓ ਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਕਿਉਂਕਿ ਹੁਣ ਆਪ ਜੀ ਤੋਂ ਇਜਾਜ਼ਤ ਲੈਣ ਦਾ ਸਮਾਂ ਬਹੁਤ ਨੇੜੇ ਆ ਗਿਆ ਹੈ। ਵੈਸੇ ਤੇ ਗੱਲਬਾਤ ਦਾ ਜੋ ਲੁਤਫ ਆ ਰਿਹਾ ਹੈ, ਜੋ ਖੁਸ਼ੀ ਹੈ ਮੈਨੂੰ ਇਸ ਗੱਲ ਦੀ ਕਿ ਅੱਜ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ ਤੇ ਜਿਤਨੇ ਮਰਜ਼ੀ ਸਵਾਲ ਪੁੱਛਦੇ ਜਾਈਏ, ਪਰ ਕਿਉਂਕਿ ਸਮਾਂ ਆਪਣੀ ਚਾਲੇ ਚੱਲ ਰਿਹਾ ਹੈ ਤੇ ਅਸੀਂ ਉਸੇ ਵੇਗ ਵਿੱਚ ਉਸ ਦੇ ਨਾਲ ਨਾਲ ਤੁਰਨਾ ਹੈ। ਸੀਮਤ ਸਮੇਂ ਵਿੱਚ ਹੁਣ ਜਾਂਦਿਆਂ ਜਾਂਦਿਆਂ ਇਹਨਾਂ ਤੋਂ ਇੱਕ ਸਵਾਲ ਹੋਰ ਕਿ ਤੁਸੀਂ ਆਪਣੇ ਤੌਰ ਤੇ ਕੀ ਮੈਸੇਜ ਦੇਣਾ ਚਾਹੋਗੇ? ਮੈਂ ਹੀ ਮੈਸੇਜ ਦੇਣਾ ਚਾਹਾਂਗੀ ਕਿ ਗੁਰੂ ਕਲਗੀਧਰ ਸਾਹਿਬ ਜੀ ਦੇ ਸਾਡੇ ਤੇ ਬਹੁਤ ਜ਼ਿਆਦਾ ਪਰਉਪਕਾਰ ਨੇ। ਅਸੀਂ ਕਰਜ਼ਦਾਰ ਹਾਂ ਉਹਨਾਂ ਦੇ, ਔਰ ਕਰਜ਼ੇ ਹੇਠ ਦੱਬੇ ਹੋਏ ਹਾਂ। ਸਾਰਾ ਸਰਬੰਸ ਵਾਰ ਕੇ ਉਹਨਾਂ ਨੇ ਸਾਨੂੰ ਨਵੇਕਲਾਪਨ ਦਿੱਤਾ ਹੈ, ਉਹਨਾਂ ਨੇ ਸਾਨੂੰ ਵਿਲੱਖਣਤਾ ਦਿੱਤੀ ਹੈ। ਸ਼ੇਰ ਬਣਾਇਆ ਕਿ ਤੂੰ ਲੱਖਾਂ ਵਿੱਚ ਖੜਾ ਹੋਵੇਂ ਤੇ ਤੇਰੀ ਅਡਰੀ ਪਹਿਚਾਣ ਹੁੰਦੀ ਹੈ। ਤੇ ਮੇਰਾ ਇਹੀ ਮੈਸੇਜ ਹੈ ਕਿ ਜਿੰਨੇ ਵੀ ਵੀਰ ਭੈਣਾਂ ਆਪਣੇ ਆਪ ਨੂੰ ਸਿੰਘ ਅਖਵਾਉਂਦੇ ਨੇ, ਭਾਵ ਕਿ ਆਪਣੇ ਨਾਮ ਦੇ ਨਾਲ ਸਿੰਘ ਲਾਉਂਦੇ ਨੇ, ਉਹਨਾਂ ਨੂੰ ਸਿੰਘ ਬਣਨਾ ਵੀ ਚਾਹੀਦਾ ਹੈ। ਆਪਣੇ ਦਾੜੇ ਉੱਤੇ, ਆਪਣੇ ਕੇਸਾਂ ਤੇ, ਆਪਣੀ ਦਸਤਾਰ ਤੇ, ਆਪਣੇ ਵਿਰਸੇ ਤੇ, ਆਪਣੇ ਗੁਰੂ ਤੇ, ਆਪਣੇ ਸ਼ਹੀਦਾਂ ਤੇ, ਆਪਣੇ ਇਤਿਹਾਸ ਤੇ ਸਾਨੂੰ ਮਾਣ ਹੋ ਜਾਵੇ ਤੇ ਫਿਰ ਗੁਰੂ ਸਾਹਿਬ ਵੀ ਸਾਡੇ ਤੇ ਮਾਣ ਕਰਨਗੇ। ਕਿਉਂਕਿ ਗੁਰੂ ਸਾਹਿਬ ਆਖਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਸਾਹਿਬ ਜੀ ਕਹਿੰਦੇ ਇੱਕ ਕਦਮ ਵਧਾ, ਤੈਨੂੰ ਮੈਂ ਕਰੋੜਾ ਕਦਮ ਅੱਗੇ ਹੋ ਕੇ ਲਵਾਂਗਾ। ਤੇ ਸਤਿਗੁਰ ਜੀ ਜੇ ਇੰਨਾ ਮਾਣ ਦਿੰਦੇ ਨੇ, ਜੇ ਸਤਿਗੁਰ ਜੀ ਨੇ ਕਹਿ ਦਿੱਤਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਤੇ ਫਿਰ ਇਸ ਤੋਂ ਵੱਡੀ ਗੱਲ, ਇਸ ਤੋਂ ਵੱਡੀ ਦਾਤ ਸਾਡੇ ਲਈ ਕੀ ਹੋ ਸਕਦੀ ਹੈ ਕਿ ਗੁਰੂ ਸਾਹਿਬ ਜੀ ਨੇ ਸਾਡੀ ਝੋਲੀ 'ਚ ਆਪਣਾ ਆਪ ਪਾ ਦਿੱਤਾ। ਤੇ ਬਸ ਇਹੀ ਮੈਸੇਜ ਹੈ ਕਿ ਗੁਰੂ ਕਿਰਪਾ ਕਰਨ ਸਾਰਿਆਂ ਉੱਤੇ, ਸਾਰਿਆਂ ਨੂੰ ਸਿੱਖੀ ਸਾਬਤ ਸੂਰਤ ਜਿਹੜੀ ਗੁਰੂ ਸਾਹਿਬ ਜੀ ਨੇ ਨਿਵੇਕਲਾਪਨ ਦਿੱਤਾ ਉਹ ਸਭ ਦੀ ਝੋਲੀ ਪਾਉਣ। ਸਾਰੀ ਜਿਹੜੀ ਸਾਡੀ ਕੌਮ ਹੈ ਅੰਮ੍ਰਿਤਧਾਰੀ ਹੋਵੇ ਤੇ ਸਾਰਿਆਂ ਨੂੰ ਗੁਰੂ ਸਾਹਿਬ ਤੇ ਮਾਣ ਹੋਵੇ। ਸਾਰੇ ਚਾਹਣ ਕਿ ਅਸੀਂ ਸ਼ੇਰ ਦਿਖੀਏ। ਇਹੀ ਮੈਸੇਜ ਹੈ ਮੇਰਾ ਸੰਗਤਾਂ ਨੂੰ, ਔਰ ਹੱਥ ਜੋੜ ਕੇ ਬੇਨਤੀ ਵੀ ਹੈ ਕਿ ਗੁਰੂ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਭੁੱਲੀਏ ਨਾ। ਬੱਚਾ ਇੱਕ ਵੀ ਬਿਮਾਰ ਹੋ ਜਾਵੇ ਨਾ, ਮਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਤੇ ਗੁਰੂ ਸਾਹਿਬ ਜੀ ਨੇ 4 ਲਾਲ ਸਾਡੇ ਤੋਂ ਵਾਰੇ ਨੇ। ਗੱਲ ਕਹਿਣ ਦੀ ਤੇ ਸੁਣਨ ਦੀ ਬੜੀ ਸੌਖੀ ਹੈ, ਪਰ ਜਿਸ ਦੇ ਉੱਤੇ ਕਸਵੱਟੀ ਪੈਂਦੀ ਹੈ ਨਾ, ਪਤਾ ਉਸ ਨੂੰ ਲੱਗਦਾ ਹੈ। ਗੁਰੂ ਸਾਹਿਬ ਜੀ ਨੇ 4 ਲਾਲ ਵਾਰ ਕੇ ਵੀ ਇੱਕ ਅਥਰੂ ਨਹੀਂ ਸਿਕੇਰਿਆ। ਤੇ ਗੁਰੂ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਆਪਾਂ ਯਾਦ ਰੱਖੀਏ। ਵੀ ਆਰ ਫੋਲੋ ਦਾ ਗੁਰੂ ਜੀਸ ਫੁੱਟ ਸਟੈਪਸ। ਸਾਨੂੰ ਗੁਰੂ ਜੀ ਦੇ ਕਦਮਾਂ ਤੇ ਹਮੇਸ਼ਾ ਚੱਲਣਾ ਚਾਹੀਦਾ ਹੈ। ਇੱਥੇ ਨਾਲ ਹੀ ਜਾਂਦੇ ਜਾਂਦੇ ਫਤਿਹ ਟੀਵੀ ਦਾ ਮੈਂ ਧੰਨਵਾਦ ਕਰਦੀ ਹਾਂ। ਧੰਨਵਾਦ ਹੈ ਕਿਉਂਕਿ ਫਤਿਹ ਟੀਵੀ ਨੇ ਬਹੁਤ ਜ਼ਿਆਦਾ ਵਧੀਆ ਉਪਰਾਲਾ ਕੀਤਾ ਹੈ। ਪਹਿਲਾਂ ਤਾਂ 24 ਘੰਟੇ ਗੁਰਬਾਣੀ ਜਿਹੜਾ ਦਾ ਪ੍ਰਵਾਹ ਜਿਹੜਾ ਹੈ ਉਹ ਫਤਿਹ ਟੀਵੀ ਤੇ ਚੱਲਦਾ ਹੈ, ਔਰ ਰੂਬਰੂ ਕਰਾਇਆ ਜਾਂਦਾ ਹੈ ਉਹਨਾਂ ਸਿੱਖ ਬੀਬੀਆਂ ਨੂੰ, ਉਹਨਾਂ ਸਿੱਖ ਨੌਜਵਾਨਾਂ ਨੂੰ ਵੀ ਜੋ ਕਿ ਦੂਜੇ ਸ਼ੋਅ ਵਿੱਚ ਆਪ ਜੀ ਦੇ ਰੂਬਰੂ ਹੁੰਦੇ ਨੇ, ਜੋ ਪੰਥ ਦੇ ਖੇਤਰ ਵਿੱਚ ਕੋਈ ਸੇਵਾ ਕਰਦੇ ਨੇ, ਉਹਨਾਂ ਨੂੰ ਰੂਬਰੂ ਕਰਾਉਂਦੇ ਨੇ। ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੂੰ ਜਾਗ ਕਿਵੇਂ ਲੱਗੀ ਹੈ,
ਔਰ ਇਹ ਸੱਚ ਹੈ, ਜਾਗ ਵੇਖ ਕੇ ਜਾਂ ਜਗਾਉਣ ਵਾਲੇ ਦੇ ਨਾਲ ਜਿਹੜਾ ਪ੍ਰਚਾਰ ਦਾ ਮਾਧਿਅਮ ਹੈ ਉਹ ਹੋਰ ਮਜ਼ਬੂਤ ਹੋ ਜਾਂਦਾ ਹੈ ਤੇ ਜਾਗ ਰੰਗ ਲਾਗਤ ਹੈ ਤੇ ਰੰਗ ਲੱਗ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਦੇ ਜਿਹੜੇ ਉਪਦੇਸ਼ ਨੇ ਉਹ ਜ਼ਰੂਰ ਆਪਣੇ ਹਿਰਦੇ ਵਿੱਚ ਵਸਾਉਣੇ ਨੇ। ਸਾਡੇ ਮਨਾਂ ਤੇ ਜਿਹੜੀ ਮੱਸਿਆ ਦੀ ਕਾਲੀ ਰਾਤ ਛਾਈ ਹੈ, ਗੁਰੂ ਦੇ ਚਾਨਣ ਉਪਦੇਸ਼ ਨਾਲ ਉਹ ਪ੍ਰਕਾਸ਼ਮਾਨ ਹੋ ਜਾਵੇ। ਗੁਰੂ ਸਾਹਿਬ ਜੀ ਦਾ ਧੰਨਵਾਦ, ਫਤਿਹ ਟੀਵੀ ਦਾ ਧੰਨਵਾਦ ਔਰ ਧੰਨਵਾਦ ਬੀਬੀ ਜੀ ਹੋਣਾ ਦਾ, ਜਿਨ੍ਹਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਵਾਲ ਕੀਤੇ ਨੇ ਤੇ ਅਸੀਂ ਕੋਸ਼ਿਸ਼ ਕੀਤੀ ਹੈ ਇਹਨਾਂ ਦਾ ਜਵਾਬ ਦੇਣ ਲਈ। ਤੇ ਹੁਣ ਜਿਵੇਂ ਮੈਂ ਪਹਿਲਾਂ ਕਿਹਾ, ਸਮਾਂ ਹੋ ਗਿਆ ਹੈ ਆਪ ਜੀ ਤੋਂ ਇਜਾਜ਼ਤ ਲੈਣ ਦਾ। ਆਪ ਜੀ ਵੇਖ ਰਹੇ ਸੋ ਫਤਿਹ ਟੀਵੀ ਦੇ ਮਾਧਿਅਮ ਰਾਹੀਂ ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ, ਜਿਸ ਵਿੱਚ ਅੱਜ ਬੀਬੀ ਅਮਰਪ੍ਰੀਤ ਕੌਰ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਸਨ। ਇੱਕ ਗੱਲ, ਕਿਉਂਕਿ ਹੁਣ ਆਪ ਜੀ ਤੋਂ ਇਜਾਜ਼ਤ ਲੈਣੀ ਹੈ, ਜਾਂਦੇ ਜਾਂਦੇ ਇਤਨੀ ਹੀ ਬੇਨਤੀ ਕਰ ਸਕਦੀ ਹਾਂ ਮੈਂ, ਤੇ ਕਹਿਣਾ ਚਾਹੂੰਗੀ ਕਿ ਜੀਵਨ ਬੜੀ ਹੀ ਵਡਮੁੱਲੀ ਦਾਤ ਹੈ, ਸਤਿਗੁਰੂ ਦੀ ਇਹ ਬਖਸ਼ਿਸ਼ ਹੈ, ਮਨੁੱਖਾਂ ਦੇ ਹੀ ਐਵੇਂ ਨਹੀਂ ਮਿਲਦੀ। ਤੇ ਉਸ ਦੇ ਨਾਲ ਨਾਲ ਖਾਲਸਾ ਪੰਥ ਵਿੱਚ ਸਾਡਾ ਜਨਮ ਹੋਇਆ ਹੈ। ਤੇ ਜੇਕਰ ਅਸੀਂ ਇਸ ਦਿੱਖ ਨਾਲ, ਬਾਣੀ ਨਾਲ, ਬਾਣੇ ਨਾਲ ਕਿਸੇ ਤਰ੍ਹਾਂ ਦਾ ਵੀ ਧਰੋਹ ਕਰਦੇ ਹਾਂ ਜਾਂ ਇਸ ਨੂੰ ਅਪਣਾ ਕੇ ਪਿੱਠ ਪਿੱਛੇ ਕੁਝ ਹੋਰ ਕਰਦੇ ਹਾਂ, ਤੇ ਅਸੀਂ ਗੁਰੂ ਦੇ ਦੋਖੀ ਹੋਵਾਂਗੇ। ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਉਹ ਜਿਹੜੇ ਕਈ ਹਜ਼ਾਰ ਨੇ ਅੱਜ ਲੱਖਾਂ ਦੀ ਤਾਦਾਦ ਵਿੱਚ, ਉਹ ਅਸੀਂ ਤੁਸੀਂ ਹੀ ਹਾਂ। ਸਤਿਗੁਰੂ ਸਾਨੂੰ ਪਿਆਰ ਬਖਸ਼ਦੇ ਨੇ, ਸਾਨੂੰ ਆਪਣਾ ਜਾਣਦੇ ਨੇ। ਇਸ ਲਈ ਦਿਲ ਹਿਰਦੇ ਤੋਂ ਸੱਚਾਈ ਨਾਲ ਸੱਚੇ ਮਨੋਂ ਉਸਦੇ ਹੋ ਜਾਈਏ, ਸਿਰਫ ਅਤੇ ਸਿਰਫ ਸਤਿਗੁਰੂ ਦੇ ਹੋ ਜਾਈਏ, ਕਿਉਂਕਿ ਅੱਜ ਅਸੀਂ ਉਹਨਾਂ ਕਰਕੇ ਹੀ ਹਾਂ। ਭੁੱਲਾਂ ਗਲਤੀਆਂ ਦੀ ਖਿਮਾ ਮੰਗਦੇ ਹੋਏ ਹੁਣ ਮੈਂ ਆਪ ਜੀ ਤੋਂ ਇਜਾਜ਼ਤ ਚਾਹਾਂਗੀ। ਬਹੁਤ ਜਲਦੀ ਮੁੜ ਆਪ ਜੀ ਦੇ ਦਰਸ਼ਨ ਹੋਣ। ਇਸ